ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਅੱਜ ਸੋਸ਼ਲ ਮੀਡੀਆ ਦੇ ਉੱਪਰ ਭਾਰਤੀ ਅਖਬਾਰਾਂ ਦੇ ਵਿੱਚ ਤੇ ਖਾਸ ਕਰਕੇ ਹਿੰਦੀ ਅਖਬਾਰਾਂ ਦੇ ਵਿੱਚ ਇੱਕ ਸੁਰਖੀ ਬੜੀ ਅਹਿਮ ਰਹੀ ਹੈ ਕਿ ਆਸਟ੍ਰੇਲੀਆ ਦੇ ਇੱਕ ਸੂਬੇ ਦੇ ਵਿੱਚ ਇੱਕ ਸਕੂਲ ਦੇ ਵਿੱਚ ਇੱਕ ਕਿਰਪਾਨਧਾਰੀ ਬੱਚੇ ਦੇ ਵੱਲੋਂ ਹਿੰਸਾ ਕੀਤੀ ਗਈ, ਇੱਕ ਬੱਚੇ ਨੂੰ ਜ਼ਖਮੀ ਕੀਤਾ ਗਿਆ ਤੇ ਆਸਟ੍ਰੇਲੀਆ ਦੇ ਉਸ ਸੂਬੇ ਦੇ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੇ ਉੱਪਰ ਪਾਬੰਦੀ ਲੱਗੀ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਖਬਰ ਦੇ ਬਾਰੇ ਵੱਖਰੀਆਂ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਨੇ ਔਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੀ ਪੀੜਤ ਧਿਰ ਹੈ ਉਸ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਵੈਸੇ ਤਾਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦਾ ਇੱਕ ਬਹੁਤ ਵੱਡਾ ਭਾਈਚਾਰਾ ਵੱਸਦਾ ਹੈ। ਉੱਥੇ ਬਹੁਤ ਸਾਰੀਆਂ ਸਿੱਖਾਂ ਦੀਆਂ ਸੰਸਥਾਵਾਂ ਵੀ ਨੇ। ਸਮੱਸਿਆ ਕੀ ਹੈ, ਇਸ ਦੇ ਕਾਰਨ ਕੀ ਨੇ, ਇਸ ਦਾ ਹੱਲ ਕੀ ਹੋਵੇਗਾ, ਅੱਗੇ ਵਾਸਤੇ ਇਵੇਂ ਦੀਆਂ ਘਟਨਾਵਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ, ਇਹ ਸਾਡੇ ਸਾਰਿਆਂ ਤੋਂ ਉਹ ਵੀਰ ਜਿਹੜੇ ਉੱਥੇ ਰਹਿੰਦੇ ਨੇ ਭਲੀ ਭਾਂਤ ਤੇ ਵਧੀਆ ਤਰੀਕੇ ਨਾਲ ਜਾਣਦੇ ਨੇ ਤੇ ਵਧੀਆ ਤਰੀਕੇ ਦੇ ਨਾਲ ਹੱਲ ਕਰ ਸਕਦੇ ਨੇ। ਪਰ ਮੈਂ ਤਾਂ ਕੇਵਲ ਉਹਨਾਂ ਧਿਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹੈ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਸਮਾਜਿਕ ਮਾਧਿਅਮਾਂ ਦੇ ਉੱਪਰ ਇਸ ਤਰ੍ਹਾਂ ਦਾ ਰੌਲਾ ਪਾ ਰਹੀਆਂ ਨੇ ਕਿ ਸਾਰੇ ਥਾਵਾਂ ਦੇ ਉੱਪਰ ਸਿੱਖਾਂ ਦੀ ਜਿਹੜੀ ਕਿਰਪਾਨ ਹੈ, ਜਿਹੜਾ ਕਕਾਰ ਹੈ, ਉਹਦੇ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ, ਜਾਂ ਇੱਕ ਖਾਸ ਉਮਰ ਤੋਂ ਬਾਅਦ 18 ਸਾਲ ਤੋਂ ਬਾਅਦ ਜਿਹੜਾ ਉਹ ਅੰਮ੍ਰਿਤ ਸੰਸਕਾਰ ਦਾ ਜਾਂ ਕਿਰਪਾਨ ਧਾਰ ਕਰਨ ਦਾ ਜਿਹੜਾ ਹੱਕ ਹੈ ਉਹ ਮਿਲਣਾ ਚਾਹੀਦਾ। ਸੋ ਇਹਨਾਂ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਜ਼ਾਹਿਰ ਕੀਤੀਆਂ ਜਾ ਰਹੀਆਂ ਪ੍ਰਤੀਕਿਰਿਆਵਾਂ ਤੇ ਪ੍ਰਤੀਕਰਮ ਨੇ, ਮੈਂ ਕੇਵਲ ਉਹਨਾਂ ਨੂੰ ਆਪਣੇ ਸਾਹਮਣੇ ਰੱਖ ਕੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਨੇ। ਕਿਸੇ ਵੀ ਖਿੱਤੇ ਦੇ ਵਿੱਚ ਜਦੋਂ ਇੱਕ ਬਹੁਗਿਣਤੀ ਧਿਰ ਸਥਾਪਿਤ ਹੁੰਦੀ ਹੈ ਜਾਂ ਹੋਈ ਹੁੰਦੀ ਹੈ ਤੇ ਉੱਥੇ ਜਿਹੜਾ ਵੀ ਭਾਈਚਾਰਾ ਪ੍ਰਵਾਸ ਕਰਕੇ ਪਹੁੰਚਦਾ ਹੈ ਉਸ ਨੂੰ ਉਸ ਖਿੱਤੇ ਦੇ ਵਿੱਚ ਤਕਰੀਬਨ ਕਿਸੇ ਨਾ ਕਿਸੇ ਰੂਪ ਵਿੱਚ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਆਸਟ੍ਰੇਲੀਆ ਦੀ ਗੱਲ ਕਰ ਲਈਏ, ਅਸੀਂ ਯੂਰਪ ਦੀ ਗੱਲ ਕਰ ਲਈਏ, ਅਸੀਂ ਅਮਰੀਕਾ ਕੈਨੇਡਾ ਦੀ ਗੱਲ ਕਰ ਲਈਏ, ਜਾਂ ਫਿਰ ਅਸੀਂ ਇੰਗਲੈਂਡ ਦੀ ਗੱਲ ਕਰ ਲਈਏ, ਇਹਨਾਂ ਸਾਰੇ ਹੀ ਦੇਸ਼ਾਂ ਦੇ ਵਿੱਚ ਜਿੱਥੇ ਵੀ ਜਾ ਕੇ ਅਸੀਂ ਪ੍ਰਵਾਸੀਆਂ ਦੇ ਰੂਪ ਦੇ ਵਿੱਚ ਸਥਾਪਿਤ ਹੋਏ ਹਾਂ ਜਾਂ ਸਾਡੀ ਇਸਟੈਬਲਿਸ਼ਮੈਂਟ ਹੋਈ ਹੈ, ਉੱਥੇ ਹੀ ਤਕਰੀਬਨ ਇਸ ਤਰ੍ਹਾਂ ਦੇ ਵਿਤਕਰਿਆਂ ਦਾ ਵੱਡੇ ਜਾਂ ਅੰਸ਼ਕ ਰੂਪ ਦੇ ਵਿੱਚ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਰਿਹਾ ਜਾਂ ਅਜੇ ਵੀ ਕਰਨਾ ਪੈ ਰਿਹਾ। ਸੋ ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਅਸੀਂ ਕਰਮ ਔਰ ਪ੍ਰਤੀਕਰਮ ਦਾ ਨਿਖੇੜਾ ਨਹੀਂ ਕਰਦੇ। ਅਸੀਂ ਇਹ ਗੱਲ ਤਾਂ ਵੇਖ ਰਹੇ ਹਾਂ ਕਿ ਇੱਕ ਬੱਚੇ ਨੇ ਕਿਰਪਾਨ ਦੇ ਨਾਲ ਸਕੂਲ ਦੇ ਵਿੱਚ ਆਪਣੇ ਸਹਿਪਾਠੀ ਦੇ ਉੱਪਰ ਹਮਲਾ ਕੀਤਾ ਤੇ ਅਸੀਂ ਉਸ ਨੂੰ ਹਿੰਸਾ ਦੇ ਰੂਪ ਦੇ ਵਿੱਚ ਪ੍ਰਚਾਰ ਰਹੇ ਹਾਂ, ਪਰ ਅਸੀਂ ਕਦੀ ਵੀ ਕਰਮ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਤੀਕਰਮ ਦੇ ਉੱਪਰ ਸਾਡਾ ਸਾਰਾ ਜ਼ੋਰ ਲੱਗਾ ਹੋਇਆ। ਅਸੀਂ ਕਰਮ ਨੂੰ ਜਾਂਚਣ ਦੇ ਉੱਪਰ ਜਾਂ ਕਰਮ ਕਿਵੇਂ ਵਾਪਰਿਆ ਉਹਦੇ ਬਾਰੇ ਅਸੀਂ ਬਿਲਕੁਲ ਚੁੱਪ ਹਾਂ। ਦਰਅਸਲ ਅਸੀਂ ਇਹ ਘੋਖਣਾ ਹੀ ਨਹੀਂ ਚਾਹੁੰਦੇ ਕਿ ਮਾਨਸਿਕ ਤੌਰ ਤੇ ਉੱਪਰ ਉਹ ਬੱਚਾ ਸਕੂਲ ਦੇ ਵਿੱਚ ਨਸਲੀ ਹਿੰਸਾ ਦਾ, ਜਿਸ ਨੂੰ ਬੁਲਿੰਗ ਕਹਿੰਦੇ ਆ, ਕਿੰਨਾ ਜ਼ਿਆਦਾ ਸ਼ਿਕਾਰ ਹੋਇਆ ਹੋਵੇਗਾ। ਕੇਵਲ ਉੱਥੇ ਨਹੀਂ, ਇਹ ਵਰਤਾਰਾ ਅਕਸਰ ਵਾਪਰਦਾ ਹੈ ਔਰ ਫਿਰ ਉੱਥੇ ਵੱਖ ਤਰ੍ਹਾਂ ਦੇ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਰਾਹ ਧਾਰਨ ਕਰਦੇ ਨੇ। ਕੁਝ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ, ਜਦੋਂ ਉਹ ਵੇਖਦੇ ਨੇ ਕਿ ਉਹਨਾਂ ਦੇ ਕਕਾਰਾਂ ਦੇ ਕਰਕੇ, ਉਹਨਾਂ ਦੇ ਕੇਸਾਂ ਦੇ ਕਰਕੇ, ਵੱਖਰੇ ਖਾਣ ਪੀਣ ਦੇ ਕਰਕੇ, ਵੱਖਰੇ ਪਹਿਰਾਵੇ ਦੇ ਕਰਕੇ, ਵੱਖਰਾ ਚਮੜੀ ਦਾ ਰੰਗ ਹੋਣ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਉਹ ਕੇਸ ਕਤਲ ਕਰਵਾ ਲੈਂਦੇ ਨੇ। ਦੂਸਰੇ ਉਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਮਾਂ-ਬਾਪ ਦੇ ਵੱਲੋਂ ਸਿਧਾਂਤਾਂ ਦੇ ਬਾਰੇ ਬੜੀ ਚੰਗੀ ਤਰ੍ਹਾਂ ਦੇ ਨਾਲ ਜਾਗਰੂਕ ਕਰਕੇ ਵਿਦਿਅਕ ਸੰਸਥਾਵਾਂ 'ਚ ਭੇਜਿਆ ਜਾਂਦਾ ਹੈ ਤੇ ਉਹ ਜਿੱਥੇ ਵੀ ਇਸ ਤਰ੍ਹਾਂ ਦੀ ਉਹਨਾਂ ਨੂੰ ਬੁਲਿੰਗ ਦਾ ਜਾਂ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਉਹ ਸ਼ਬਦਾਵਲੀ ਦੇ ਵਿੱਚ ਹੀ ਬੜਾ ਪ੍ਰਭਾਵਸ਼ਾਲੀ ਜਵਾਬ ਦਿੰਦੇ ਨੇ ਤੇ ਹੌਲੀ ਜਵਾਬ ਦਿੰਦਿਆਂ ਉਹ ਆਪਣੇ ਆਪ ਨੂੰ ਇੰਨਾ ਪਰਿਪੱਕ ਕਰ ਲੈਂਦੇ ਨੇ ਕਿ ਉਮਰ ਵੀ ਵਡੇਰੀ ਹੋ ਜਾਂਦੀ ਹੈ ਤੇ ਜਿਹੜੇ ਉਹਨਾਂ ਦੇ ਸਹਿਪਾਠੀ ਨੇ ਉਹ ਸਮਝ ਜਾਂਦੇ ਨੇ ਕਿ ਇਹਨਾਂ ਦਾ ਸੱਭਿਆਚਾਰ ਕੀ ਹੈ, ਇਹਨਾਂ ਦਾ ਧਰਮ ਕੀ ਹੈ, ਇਹਨਾਂ ਦਾ ਵਿਰਸਾ ਕੀ ਹੈ।
ਅਗਲੀ ਗੱਲ ਉਹਨਾਂ ਬੱਚਿਆਂ ਦੀ ਆ ਜਾਂਦੀ ਹੈ ਜਿਹੜੇ ਵਿਦਿਅਕ ਸੰਸਥਾਵਾਂ ਦੇ ਵਿੱਚ ਆਪਣੇ ਜਿਹੜੇ ਵਿੱਦਿਆ ਦੇ ਪ੍ਰਬੰਧਕ ਨੇ ਉਹਨਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਨੇ ਕਿ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਕੂਲ ਦੇ ਵਿੱਚ ਨਸਲੀ ਵਿਤਕਰਾ ਹੋ ਰਿਹਾ ਹੈ। ਬੜਾ ਲੰਬਾ ਸਮਾਂ ਉਹ ਜਾਣੂ ਕਰਵਾਉਂਦੇ ਨੇ। ਜਦੋਂ ਸਕੂਲ ਦੇ ਵੱਲੋਂ ਜਾਂ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ ਕੋਈ ਉਹਦਾ ਠੋਸ ਹੱਲ ਨਹੀਂ ਲੱਭਿਆ ਜਾਂਦਾ ਤਾਂ ਫਿਰ ਬੱਚੇ ਕਈ ਵਾਰੀ ਗੁੱਸੇ ਦੇ ਵਿੱਚ ਆ ਕੇ ਉਸ ਕਰਮ ਜਿਹੜਾ ਉਹਨਾਂ ਦੇ ਉੱਪਰ ਕਰਮ ਕੀਤਾ ਜਾ ਰਿਹਾ, ਜਿਹੜਾ ਬਾਰ-ਬਾਰ ਨਸਲੀ ਵਿਤਕਰੇ ਦਾ ਦੁਹਰਾਅ ਹੈ, ਔਰ ਜਿਸ ਮਾਨਸਿਕ ਪੀੜਾ ਦੇ ਵਿੱਚੋਂ ਉਹਨਾਂ ਬੱਚਿਆਂ ਨੂੰ ਰੋਜ਼ ਲੰਘਣਾ ਪੈਂਦਾ ਹੈ, ਤੇ ਉਹ ਫਿਰ ਬੱਚੇ ਕਦੀ ਨਾ ਕਦੀ ਤੰਗ ਆ ਕੇ ਪ੍ਰਤੀਕਰਮ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਕਰ ਦਿੰਦੇ ਨੇ। ਪਰ ਹੁਣ ਜਿੰਨਾ ਵੀ ਸਾਡਾ ਜ਼ੋਰ ਲੱਗਿਆ ਪਿਆ ਹੈ, ਕਿਉਂਕਿ ਸਕੂਲ ਜਾਂ ਵਿਦਿਅਕ ਅਦਾਰੇ ਉਹ ਕਦੀ ਵੀ ਨਹੀਂ ਚਾਹੁੰਦੇ ਕਿ ਜਿਹੜੀਆਂ ਇਵੇਂ ਦੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਉਛਾਲਿਆ ਜਾਵੇ। ਉਹਨਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਦਬਾਇਆ ਜਾਵੇ, ਇਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਬਹਿਸ ਨਾ ਹੋਵੇ, ਇਹ ਸਮਾਜ ਦੇ ਵਿੱਚ ਨਾ ਫੈਲਣ। ਉਹ ਦਬਾਉਣ ਦੇ ਯਤਨ ਦੇ ਵਿੱਚ ਹੁੰਦੇ ਨੇ, ਪਰ ਜਦੋਂ ਕਰਮ ਦੇ ਉੱਪਰ ਪ੍ਰਤੀਕਰਮ ਜਾਂ ਕਿਰਿਆ ਦੇ ਉੱਪਰ ਪ੍ਰਤੀਕਿਰਿਆ ਹੋ ਜਾਂਦੀ ਹੈ ਤਾਂ ਫਿਰ ਇਹ ਸਾਰਾ ਮਸਲਾ ਜਿਹੜਾ ਮੀਡੀਆ 'ਚ ਆ ਜਾਂਦਾ ਹੈ ਤੇ ਕੁਝ ਲੋਕਾਂ ਨੂੰ ਬਿਨਾਂ ਮਤਲਬ ਦੇ ਵਿਵਾਦ ਖੜੇ ਕਰਕੇ ਬੋਲਣ ਦਾ ਮੁੱਦਾ ਮਿਲ ਜਾਂਦਾ ਹੈ। ਦਰਅਸਲ ਇਹੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਅਸੀਂ ਉਸ ਮਾਨਸਿਕ ਪੀੜਾ ਨੂੰ ਨਹੀਂ ਸਮਝਦੇ ਜਦੋਂ ਕੋਈ ਬੱਚਾ ਆ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪੱਧਰ ਦੇ ਉੱਪਰ ਪਹੁੰਚ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਪ੍ਰਤੀਕਿਰਿਆ ਦੇ ਵਾਸਤੇ ਤਿਆਰ ਕਰ ਲੈਂਦਾ। ਸਾਨੂੰ ਉਸ ਮਾਨਸਿਕ ਪੀੜਾ ਨੂੰ ਵੀ ਸਮਝਣ ਦੀ ਲੋੜ ਹੈ। ਅਕਸਰ ਜਦੋਂ ਤੁਸੀਂ ਵੇਖਦੇ ਹੋ, ਖਾਸ ਕਰਕੇ ਮੈਂ ਜੇ ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਮਾਨਸਿਕਤਾ ਨੂੰ ਸਮਝਣਾ ਹੋਵੇ ਤਾਂ ਆਹ ਦੋ ਕਿਤਾਬਾਂ, ਗਨ ਕ੍ਰਾਈਮ ਤੇ ਹੇਟ ਕ੍ਰਾਈਮ, ਇਹ ਜ਼ਰੂਰੀ ਨਹੀਂ ਹੈ ਇਹਨਾਂ ਮੁੱਦਿਆਂ ਦੇ ਨਾਲ ਜੁੜੀਆਂ ਕਿਤਾਬਾਂ ਨਹੀਂ ਹੈ, ਪਰ ਹਿੰਸਾ ਤੇ ਨਸਲੀ ਹਿੰਸਾ ਇਹਨਾਂ ਨੂੰ ਸਮਝਣ ਦੇ ਵਾਸਤੇ ਜਾਂ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਾਂ ਕਰਮ ਤੇ ਪ੍ਰਤੀਕਰਮ ਕੀ ਹੁੰਦਾ ਹੈ ਉਹਨਾਂ ਨੂੰ ਸਮਝਣ ਦੇ ਵਾਸਤੇ, ਉਹਨਾਂ ਦੀ ਮਨੋਦਸ਼ਾ ਨੂੰ ਸਮਝਣ ਦੇ ਵਾਸਤੇ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਿਤੇ ਪਿਛਲੇ 30-40 ਸਾਲ ਦੇ ਇੰਟਰਨੈਟ ਦੇ ਉੱਪਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਤਾਂ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜੀਆਂ ਵਰਤਾਰਿਆਂ ਦੇ ਵਿੱਚ ਜਾਂ ਜਿਹੜੀਆਂ ਵਾਪਰੀਆਂ ਹਿੰਸਕ ਘਟਨਾਵਾਂ ਨੇ ਉਹਨਾਂ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਹੋਰ ਯੂਰਪੀ ਦੇਸ਼ਾਂ ਦੇ ਵਿੱਚ ਇਵੇਂ ਦੇ ਬਹੁਤ ਸਾਰੇ ਹਵਾਲੇ ਮਿਲ ਜਾਣਗੇ ਜਦੋਂ ਬੱਚਿਆਂ ਨੇ ਫਾਇਰ ਆਰਮਸ, ਵੈਪਨਸ ਲਿਜਾ ਕੇ ਸਕੂਲਾਂ ਦੇ ਵਿੱਚ ਆਪਣੇ ਸਹਿਪਾਠੀਆਂ ਨੂੰ ਗੋਲੀਆਂ ਮਾਰ ਦਿੱਤੀਆਂ, ਕਤਲ ਕਰ ਦਿੱਤਾ, ਜ਼ਖਮੀ ਕਰ ਦਿੱਤਾ। ਇੱਥੋਂ ਤੱਕ ਕਿ ਕੁਝ ਥਾਵਾਂ ਤੇ ਆਪਣੇ ਅਧਿਆਪਕ ਜਿਹੜੇ ਸੀ ਉਹਨਾਂ ਦੇ ਉੱਪਰ ਵੀ ਫਾਇਰਿੰਗ ਕਰ ਦਿੱਤੀ। ਪਰ ਜਦੋਂ ਉਹ ਸਾਰੇ ਨੂੰ ਐਨਾਲਾਈਜ਼ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਬੱਚਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਨਸਿਕ ਤਣਾਅ ਦੇ ਵਿੱਚ ਸੀ। ਹੁਣ ਬੜੀ ਅਜੀਬ ਗੱਲ ਹੁੰਦੀ ਹੈ ਕਿ ਹਿੰਸਾ ਹੁੰਦੀ ਹੈ, ਕਤਲੋਗਾਰਤ ਹੋ ਜਾਂਦੀ ਹੈ ਤੇ 2-3 ਕਾਰਨ ਲਏ ਜਾਂਦੇ ਨੇ ਕਿ ਮਾਂ-ਬਾਪ ਦੇ ਵਿੱਚ ਕੋਈ ਘਰ ਦੇ ਵਿੱਚ ਘਰੇਲੂ ਹਿੰਸਾ ਸੀ, ਬੱਚਾ ਮਾਨਸਿਕ ਤਣਾਅ ਦੇ ਵਿੱਚ ਸੀ, ਬੱਚਾ ਵੀਡੀਓ ਗੇਮ ਬਹੁਤ ਜ਼ਿਆਦਾ ਖੇਡਦਾ ਸੀ, ਉਵੇਂ ਦੀਆਂ ਵੀਡੀਓ ਗੇਮ ਜਿਹੜੀਆਂ ਸੀਗੀਆਂ ਖੂਨ ਖਰਾਬੇ ਵਾਲੀਆਂ ਉਹਨਾਂ ਨੂੰ ਵੇਖਣ ਤੋਂ ਬਾਅਦ ਪ੍ਰਭਾਵਿਤ ਹੋ ਗਿਆ, ਜਾਂ ਫਿਰ ਬੱਚੇ ਦੀ ਸੁਸਾਇਟੀ ਇਵੇਂ ਦੀ ਸੀ ਕਿ ਬੱਚੇ ਨੇ ਫਾਇਰ ਆਰਮ ਜਿਹੜੇ ਸੀ ਉਹ ਰੱਖਣੇ ਸ਼ੁਰੂ ਕਰ ਦਿੱਤੇ। ਭਾਵ ਕਿ ਹਿੰਸਾ ਹੁੰਦੀ ਹੈ ਤੇ ਉਹਨੂੰ ਮਨੋਦਸ਼ਾ ਨਾਲ ਜੋੜ ਦਿੱਤਾ ਜਾਂਦਾ ਹੈ। ਪਰ ਇੱਥੇ ਮਸਲਾ ਉਲਟ ਹੈ ਕਿ ਬੱਚੇ ਨੂੰ ਬਾਰ-ਬਾਰ ਮਾਨਸਿਕ ਸੰਤਾਪ ਦਿੱਤਾ ਜਾਂਦਾ ਹੈ ਤੇ ਕਿਸੇ ਕਰਮ ਦੇ ਵਿੱਚੋਂ ਜਦੋਂ ਪ੍ਰਤੀਕਰਮ ਕਰਦਾ ਹੈ ਤੇ ਅਸੀਂ ਉਸ ਨੂੰ ਹਿੰਸਾ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਕਰ ਦਿੰਦੇ ਹਾਂ। ਇਹਦੇ ਉੱਪਰ ਸਾਨੂੰ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਪਵੇਗਾ ਕਿ ਜਦੋਂ ਇੱਕ ਖਾਸ ਨਸਲ ਹਿੰਸਾ ਦੀ ਪ੍ਰਵਿਰਤੀ ਲੈ ਕੇ ਕੋਈ ਕੰਮ ਕਰਦੀ ਹੈ ਤੇ ਅਸੀਂ ਕਹਿੰਦੇ ਮਾਨਸਿਕ ਤਣਾਅ ਦੇ ਵਿੱਚ ਹੋਵੇਗੀ, ਤੇ ਮਾਨਸਿਕ ਤਣਾਅ ਦੇ ਵਿੱਚ ਰਹਿ ਰਿਹਾ ਜਦੋਂ ਇੱਕ ਘੱਟ ਗਿਣਤੀ ਦਾ ਬੱਚਾ ਪ੍ਰਤੀਕਰਮ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਇਵੇਂ ਦਾ ਵਰਤਾਰਾ ਕਰ ਜਾਂਦਾ ਹੈ ਤੇ ਫਿਰ ਅਸੀਂ ਕਹਿੰਦੇ ਕਿ ਹਿੰਸਾ ਹੈ। ਇਹ ਸਾਡੇ ਦੋਹਰੇ ਮਾਪਦੰਡ ਨੇ। ਇੱਕ ਗੱਲ ਹੋਰ ਵੀ ਕਹੀ ਜਾ ਰਹੀ ਹੈ, ਵੇਖੋ ਇੱਕ ਗੱਲ ਬੜੀ ਅਹਿਮ ਹੈ ਕਿ ਪ੍ਰਵਾਸ ਦੇ ਦੌਰਾਨ ਜਦੋਂ ਅਸੀਂ ਕਿਸੇ ਖਿੱਤੇ ਦੇ ਵਿੱਚ ਰਹਿਣਾ ਹੁੰਦਾ ਹੈ ਤੇ ਆਪਣੇ ਸੱਭਿਆਚਾਰ ਨੂੰ, ਆਪਣੇ ਧਰਮ ਨੂੰ, ਆਪਣੇ ਵਿਰਸੇ ਨੂੰ ਬਚਾਉਣ ਦੇ ਵਾਸਤੇ ਵੀ ਇੱਕ ਸੰਘਰਸ਼ ਕਰਨਾ ਪੈਂਦਾ ਹੈ। ਉਸ ਸੰਘਰਸ਼ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਸਰਕਾਰ ਦੇ ਨਾਲ, ਸਮਾਜਿਕ ਸੰਸਥਾਵਾਂ ਦੇ ਨਾਲ, ਸਮਾਜ ਸੇਵੀਆਂ ਦੇ ਨਾਲ ਬਹੁਤ ਸਾਰੇ ਤੁਹਾਨੂੰ ਜਿਹੜੇ ਗੱਲਬਾਤ ਦੇ ਰਾਹ ਜਿਹੜੇ ਨੇ ਉਹ ਖੋਲ੍ਹਣੇ ਪੈਂਦੇ ਨੇ। ਉਹਨਾਂ ਨੂੰ ਆਪਣੇ ਵਿਰਸੇ ਦੇ ਬਾਰੇ, ਧਰਮ ਦੇ ਬਾਰੇ ਜਾਣੂ ਜਿਹੜਾ ਉਹ ਕਰਵਾਉਣਾ ਪੈਂਦਾ ਹੈ। ਤੇ ਜਿਹੜੇ ਅਸੀਂ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਬੈਠੇ ਹੋਏ ਲੋਕ ਆ ਜਿਹੜੇ ਕੇਵਲ ਤੇ ਕੇਵਲ ਇਹੀ ਕਹਿ ਰਹੇ ਆ ਜੀ
ਕਕਾਰਾਂ ਦੇ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ, ਹਰ ਜਗ੍ਹਾ ਦੇ ਉੱਪਰ ਕਿਰਪਾਨ ਦੇ ਉੱਪਰ ਪਾਬੰਦੀ ਲੱਗ ਜਾਣੀ ਚਾਹੀਦੀ ਹੈ, ਜਾਂ ਫਿਰ ਅਸੀਂ ਇਹ ਕਹਿ ਦਿੰਦੇ ਹਾਂ ਜੀ ਕਿਰਪਾਨ ਧਾਰਨ ਕਰਨ ਦੇ ਵਾਸਤੇ ਜਿਹੜੀ ਇੱਕ ਖਾਸ ਉਮਰ ਜਿਹੜੀ ਹੈ ਉਹ ਨਿਯਤ ਕਰਨੀ ਚਾਹੀਦੀ ਹੈ। 18 ਸਾਲ ਤੋਂ ਥੱਲੇ ਕੋਈ ਕਿਰਪਾਨ ਨਹੀਂ ਧਾਰਨ ਕਰ ਸਕਦਾ। 18 ਸਾਲ ਤੋਂ ਉੱਪਰ ਜਦੋਂ ਬੱਚਾ ਚਲਿਆ ਜਾਵੇਗਾ, ਧਰਮ ਦੇ ਸੰਸਕਾਰਾਂ ਔਰ ਧਰਮ ਦੀ ਮਰਿਆਦਾ ਔਰ ਉਸ ਦੇ ਕਹਿ ਸਕਦੇ ਹੋ ਕਿ ਉਹਦੀਆਂ ਜਿਹੜੀਆਂ ਮਾਨਤਾਵਾਂ ਨੇ, ਜਦੋਂ ਤੱਕ ਉਹਦੇ ਉਸ ਮਾਨਸਿਕਤਾ ਦੇ ਵਿੱਚ ਇਸ ਆਯੂ ਤੋਂ ਪਹਿਲਾਂ ਨਹੀਂ ਬੈਠੀਆਂ ਹੋਣਗੀਆਂ ਤੇ ਉਹ ਬੱਚਾ ਦੁਬਾਰਾ ਧਰਮ ਦੇ ਵਿੱਚ ਨਹੀਂ ਆਵੇਗਾ। ਸੋ ਇਹ ਤਾਂ ਕਿਤੇ ਨਾ ਕਿਤੇ ਮੈਂ ਸੋਚਦਾ ਕਿ ਇਹ 1% ਵੀ ਘਟਨਾ ਨਹੀਂ ਹੈਗੀ, ਪਰ ਬਹੁਤ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਦੇ ਉੱਪਰ ਕਦੀ ਧਰਮ ਨੂੰ ਅਸੀਂ ਦੋਸ਼ੀ ਨਹੀਂ ਠਹਿਰਾਉਂਦੇ। ਪਰ ਜਦੋਂ ਕਿਤੇ ਨਾ ਕਿਤੇ ਸਿੱਖਾਂ ਦੇ ਉੱਪਰ ਗੱਲ ਆਉਂਦੀ ਹੈ ਤਾਂ ਵਿਰੋਧੀਆਂ ਨੂੰ ਤੇ ਛੱਡ ਦਈਏ, ਸਿੱਖ ਖੁਦ ਹੀ ਆਪਣੇ ਆਪ ਨੂੰ ਜਿਹੜਾ ਨੇ ਉਹ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦੇ ਨੇ, ਜਾਂ ਸਿੱਖ ਸਿੱਖਾਂ ਨੂੰ ਦੋਸ਼ੀ ਕਹਿਣਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਉੱਥੇ ਵੀ ਕਿਹਾ ਜਾ ਰਿਹਾ ਜੀ ਕਿਰਪਾਨ ਪਹਿਨਣ ਦੇ ਵਾਸਤੇ ਉਮਰ ਦੀ ਹੱਦ ਜਿਹੜੀ ਹੈ ਉਹ ਨਿਯਤ ਕੀਤੀ ਜਾਵੇ। ਤੇ ਜਿਸ ਤਰ੍ਹਾਂ ਇਸ ਮੁੱਦੇ ਦੇ ਉੱਪਰ ਅਸੀਂ ਬੱਚੇ ਦੇ ਨਾਲ ਹੋਏ ਨਸਲੀ ਵਿਤਕਰੇ ਨੂੰ ਨਾ ਸਮਝਦੇ ਹੋਏ ਉਹਦੇ ਪ੍ਰਤੀਕਰਮ ਦੇ ਉੱਪਰ ਧਿਆਨ ਕੇਂਦਰਿਤ ਕਰਾਂਗੇ ਤੇ ਫਿਰ ਜਿਹੜਾ ਸਾਡਾ ਵਿਰਸਾ ਔਰ ਜਿਹੜਾ ਸਾਡਾ ਧਰਮ ਤੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਤੇ ਜਿਹੜੀਆਂ ਸਾਡੀਆਂ ਮਾਨਤਾਵਾਂ ਨੇ, ਅਸੀਂ ਉਹਦੇ ਵਿੱਚ 4 ਸਾਹਿਬਜ਼ਾਦਿਆਂ ਦੀ ਆਯੂ ਨੂੰ ਕਿਸ ਤਰ੍ਹਾਂ ਦੇ ਨਾਲ ਡਿਫਾਈਨ ਕਰਾਂਗੇ, ਕਿਵੇਂ ਅਸੀਂ ਉਸ ਨੂੰ ਪਰਿਭਾਸ਼ਿਤ ਕਰਾਂਗੇ। ਜੇ ਹੋਰ ਵੀ ਇੱਕ ਮੈਂ ਤੁਹਾਨੂੰ ਉਦਾਹਰਨ ਦੇਣੀ ਹੋਵੇ ਤੇ 1878 ਦੇ ਵਿੱਚ ਸਿੱਖ ਰਾਜ ਬਿਲਕੁਲ ਜਾ ਚੁੱਕਾ ਸੀ। ਅੰਗਰੇਜ਼ਾਂ ਨੇ ਜਦੋਂ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਜਿਹੜਾ ਇੰਡੀਅਨ ਆਰਮਸ ਐਕਟ ਬਣਾਇਆ, ਜਿਹੜਾ ਅਸਲੇ ਦਾ ਕਾਨੂੰਨ ਬਣਾਇਆ, ਉਹਦੇ ਮੁਤਾਬਕ ਕਿਸੇ ਵੀ ਤਰ੍ਹਾਂ ਦਾ ਅਸਲਾ ਲੈ ਕੇ ਚੱਲਣ ਦੇ ਉੱਪਰ ਪਾਬੰਦੀ ਸੀ। ਜਦੋਂ ਇਹ ਸਰਕੂਲਰ ਜਿਹੜੇ ਸੀਗੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਹੁੰਚੇ ਤਾਂ ਚੀਫ ਖਾਲਸਾ ਦੀਵਾਨ ਨੇ ਬੜੀ ਜਲਦੀ ਹੀ ਇਹਦੇ ਉੱਪਰ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਪਰ ਜਲਦੀ ਹੀ ਇਸ ਤੋਂ ਬਾਅਦ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ ਤੇ ਅੰਗਰੇਜ਼ਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਜੇਕਰ ਸਿੱਖਾਂ ਦੀ ਕਿਰਪਾਨ ਦੇ ਉੱਪਰ ਇਸ ਮੌਕੇ ਦੇ ਉੱਪਰ ਪਾਬੰਦੀ ਲਾਈ ਤਾਂ ਜਿਹੜੇ ਸਿੱਖ ਫੌਜੀ ਆਪਣੇ ਧਰਮ ਦੀਆਂ ਮਾਨਤਾਵਾਂ ਤੋਂ ਪ੍ਰਭਾਵਿਤ ਹੋ ਕੇ ਜਿਸ ਜਜ਼ਬੇ ਦੇ ਨਾਲ ਉਹ ਮੈਦਾਨੇ ਜੰਗ ਦੇ ਵਿੱਚ ਲੜਦੇ ਨੇ, ਉਹ ਸਾਡੀ ਫੌਜ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਤੇ ਕੁਝ ਸਮੇਂ ਵਾਸਤੇ ਅੰਗਰੇਜ਼ਾਂ ਨੇ ਜਿਹੜਾ ਉਹ ਕਾਨੂੰਨ ਸੀ ਉਸ ਨੂੰ ਪਿੱਛੇ ਕਰ ਲਿਆ, ਜਾਂ ਕਹਿ ਦਿਓ ਕਿ ਉਹਦੇ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਕਾਨੂੰਨ ਆ ਇਹ ਅਜੇ ਲਾਗੂ ਨਹੀਂ ਹੋਵੇਗਾ। ਕੁਛ ਚਿਰ ਵਾਸਤੇ ਉਸ ਨੂੰ ਅੱਗੇ ਪਾ ਲਿਆ ਗਿਆ। ਉਸ ਤੋਂ ਬਾਅਦ ਜਦੋਂ ਗੁਰਦੁਆਰਾ ਸੁਧਾਰ ਲਹਿਰ ਆਈ, ਉਸ ਤੋਂ ਬਾਅਦ ਸਿੱਖਾਂ ਨੇ ਰੋਸ ਦੇ ਵਜੋਂ ਜਦੋਂ ਕਾਲੀਆਂ ਦਸਤਾਰਾਂ ਵੀ ਜਿਹੜੀਆਂ ਸੀ ਪਹਿਨੀਆਂ ਤੇ ਉਸ ਸਮੇਂ 1921-22 ਦੇ ਵਿੱਚ ਸਰਕਾਰ ਦੇ ਵੱਲੋਂ ਇਹ ਜਿਹੜਾ ਕਾਨੂੰਨ ਸੀ ਇਹ ਫਿਰ ਲਾਗੂ ਕਰ ਦਿੱਤਾ ਗਿਆ ਕਿ ਕਿਰਪਾਨ ਜਿਹੜੀ ਹੈ ਉਹਦੀ ਇੱਕ ਖਾਸ ਲੰਬਾਈ, ਉਹਦਾ ਇੱਕ ਖਾਸ ਆਕਾਰ ਜਿਹੜਾ ਉਹ ਨਿਸ਼ਚਿਤ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਸਿਆਲਕੋਟ ਤੇ 1-2 ਹੋਰ ਸ਼ਹਿਰਾਂ ਦੇ ਵਿੱਚ ਜਿੱਥੇ ਕਿਰਪਾਨ ਫੈਕਟਰੀਆਂ ਸੀ, ਜਿੱਥੇ ਸਾਡੇ ਕਕਾਰ ਬਣਦੇ ਸੀ, ਉਹਨਾਂ ਦੇ ਉੱਪਰ ਬਕਾਇਦਾ ਤੌਰ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਤੇ 9 ਇੰਚ ਨੂੰ ਛੱਡ ਕੇ, ਕੁਝ ਸਰੋਤਾਂ ਦੇ ਮੁਤਾਬਕ 6 ਇੰਚ ਨੂੰ ਛੱਡ ਕੇ ਜਿੰਨੀਆਂ ਵੱਡੀਆਂ ਕਿਰਪਾਨਾਂ ਸੀ ਉਹਨਾਂ ਨੂੰ ਸਰਕਾਰ ਦੇ ਵੱਲੋਂ ਜ਼ਬਤ ਕੀਤਾ ਗਿਆ ਤੇ ਫੈਕਟਰੀ ਦੇ ਮਾਲਕਾਂ ਦੇ ਉੱਪਰ ਕੇਸ ਵੀ ਕੀਤੇ ਗਏ। ਸਿੱਖਾਂ ਨੇ ਇਸ ਦੇ ਖਿਲਾਫ ਵੀ ਮੋਰਚਾ ਲਾਇਆ। ਕਿਤੇ ਹੁਣ ਵੀ ਤੁਸੀਂ ਇੰਟਰਨੈਟ ਦੇ ਉੱਪਰ ਕਿਰਪਾਨ ਮੋਰਚਾ ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਇੱਕ ਤਸਵੀਰ ਨਜ਼ਰ ਆਵੇਗੀ ਜਿੱਥੇ ਇੱਕ ਬਹੁਤ ਛੋਟਾ ਸਿੱਖ ਬੱਚਾ, ਇਹ ਤਸਵੀਰ ਸਭ ਤੋਂ ਪਹਿਲਾਂ ਮੈਂ ਪੰਜਾਬ ਸਿੰਧ ਬੈਂਕ ਦੇ ਵੱਲੋਂ ਇੱਕ ਕੈਲੰਡਰ ਛਾਪੇ ਜਾਂਦੇ ਹੁੰਦੇ ਸੀ, ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ, ਉਸ ਕੈਲੰਡਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਵੇਖੀ ਸੀ। ਦੂਸਰੀ ਵਾਰੀ ਹੁਣ ਜਦੋਂ ਮੈਂ ਇੰਟਰਨੈਟ ਦੇ ਉੱਪਰ ਉਸ ਤਸਵੀਰ ਨੂੰ ਸਰਚ ਕਰ ਰਿਹਾ ਸੀ ਤਾਂ ਮੈਨੂੰ ਮਿਲੀ ਕਿ ਉਹ ਘਟਨਾ ਉਦੋਂ ਬੜੀ ਕਹਿ ਸਕਦੇ ਹੋ ਕਿ ਆਮ ਜਨ ਚਰਚਾ ਦਾ ਜਿਹੜੀ ਆ ਉਹ ਕਾਰਨ ਬਣੀ ਸੀ ਕਿ ਇੱਕ ਬਹੁਤ ਛੋਟੀ ਆਯੂ ਦਾ ਬੱਚਾ ਅਦਾਲਤ ਦੇ ਵਿੱਚ ਵੱਡੀ ਸ੍ਰੀ ਸਾਹਿਬ ਲੈ ਕੇ ਗਿਆ ਸੀ ਤੇ ਉਸਨੇ ਜੱਜ ਦੇ ਸਾਹਮਣੇ ਖਲੋ ਕੇ ਸਿੱਖ ਧਰਮ ਨੂੰ ਮੁਖਾਤਬ ਹੁੰਦੇ ਜਿਹੜੇ ਨਾਰੇ ਔਰ ਜੈਕਾਰੇ ਜਿਹੜੇ ਨੇ ਉਹ ਲਾਏ ਸੀ। ਇਹਦਾ ਮਤਲਬ ਕਿ ਉਸ ਦੇ ਦੌਰਾਨ ਵੀ ਸਿੱਖਾਂ ਨੇ ਫਿਰ ਉਹ ਮੋਰਚਾ ਲਾ ਲਿਆ। ਇਹਦਾ ਮਤਲਬ ਕਿ ਉਦੋਂ ਵੀ ਇੱਕ ਜਿਹੜੀ ਵੱਡੀ ਕੌਮੀਅਤ ਜੇ ਕਾਬਜ ਹੁੰਦੀ ਹੈ ਕਿਸੇ ਖਿੱਤੇ ਦੇ ਉੱਪਰ, ਤੇ ਜਦੋਂ ਉਹ ਕਿਸੇ ਧਰਮ ਦੇ ਮੂਲ ਨਿਵਾਸੀਆਂ ਦੇ ਜਿਹੜੇ ਮਾਨਤਾਵਾਂ ਨੇ ਜਾਂ ਜਿਹੜੇ ਉਹਨਾਂ ਦੇ ਧਾਰਮਿਕ ਕਕਾਰ ਨੇ ਜਾਂ ਜਿਹੜੇ ਧਾਰਮਿਕ ਚਿੰਨ੍ਹ ਨੇ, ਤੇ ਜਦੋਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਦੋਂ ਵੀ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਸਿੱਖ ਕੌਮ ਨੇ ਵੀ ਮੋਰਚਾ ਲਾਇਆ, ਇੱਥੋਂ ਤੱਕ ਕਿ ਪੁਲਿਸ ਦੇ ਵਿੱਚੋਂ, ਫੌਜ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਨੌਕਰੀਆਂ ਛੱਡ ਕੇ ਆ ਗਏ ਕਿ ਨਹੀਂ, ਇਹ ਸਾਡਾ ਅਧਿਕਾਰ ਹੈ, ਇਹ ਸਾਡੇ ਕਕਾਰ ਜਿਹੜੇ ਨੇ ਸਾਡੇ ਧਰਮ ਦਾ ਅਨਿੱਖੜਵਾਂ ਅੰਗ ਨੇ ਜਿਸ ਨੂੰ ਸਿੱਖ ਧਰਮ ਦੇ ਨਾਲੋਂ ਵੱਖ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ। ਔਰ ਜਿਹੜੇ ਉਹ ਆਉਂਦੇ ਸੀ ਵਾਪਸ, ਉਹਨਾਂ ਨੂੰ ਜਿਹੜੀਆਂ ਸਿੱਖ ਸੰਸਥਾਵਾਂ ਸੀ
ਕਿਰਪਾਨ ਬਹਾਦਰ ਦੇ ਨਾਮ ਦੇ ਨਾਲ ਸਨਮਾਨਿਤ ਕਰਦੀਆਂ ਸੀ। ਔਰ ਕਿਰਪਾਨ ਬਹਾਦਰ ਦੇ ਨਾਮ ਦੇ ਉੱਪਰ ਹੀ ਅੰਮ੍ਰਿਤਸਰ ਤੋਂ ਸਰਦਾਰ ਸੇਵਾ ਸਿੰਘ ਹੋਣਾ ਨੇ ਇੱਕ ਹਫ਼ਤਾਵਾਰੀ ਅਖਬਾਰ ਵੀ ਸ਼ੁਰੂ ਕਰ ਦਿੱਤੀ ਸੀ, ਜਿਹਦੇ 'ਚ ਕੇਵਲ ਤੇ ਕੇਵਲ ਇਸ ਮੁੱਦੇ ਨੂੰ ਹੀ ਜ਼ਿਆਦਾਤਰ ਵਿਚਾਰਿਆ ਜਾਂਦਾ ਸੀ ਕਿ ਕਿਰਪਾਨ ਦੀ ਆਕਾਰ, ਉਸ ਦਾ ਸਾਈਜ਼ ਤੇ ਪਾਉਣ ਦੀ ਜਿਹੜੀ ਉਮਰ ਹੈ ਉਹ ਕਿਸੇ ਨੂੰ ਨਿਰਧਾਰਿਤ ਕਰਨ ਦਾ ਕੋਈ ਹੱਕ ਨਹੀਂ। ਸੋ ਸਾਡੇ ਕੋਲ ਬਹੁਤ ਸਾਰੇ ਇਤਿਹਾਸ ਦੇ ਵਿੱਚ ਐਸੇ ਹਵਾਲੇ ਪਏ ਨੇ। ਅਸੀਂ ਉਹਨਾਂ ਦੀ ਰੌਸ਼ਨੀ ਦੇ ਵਿੱਚ ਜੇ ਅੱਜ ਸਾਡੇ ਸਾਹਮਣੇ ਕੁਝ ਸਮੱਸਿਆਵਾਂ ਆ ਰਹੀਆਂ ਨੇ, ਅਸੀਂ ਉਹਨਾਂ ਦਾ ਚਿੰਤਨ ਕਰਨ ਦੀ, ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਵੇਖੋ, ਅਸੀਂ ਫੇਸਬੁੱਕ ਦੇ ਉੱਪਰ, YouTube ਦੇ ਉੱਪਰ ਬਹਿ ਕੇ ਸਿੱਖਾਂ ਨੂੰ ਤਾਨੇ ਮਿਹਣੇ ਮਾਰ ਕੇ ਜ਼ਿਆਦਾ ਸਿਆਣੇ ਬਣਨ ਦੀ ਕੋਸ਼ਿਸ਼ ਨਾ ਕਰੀਏ। ਆਸਟ੍ਰੇਲੀਆ ਵਿੱਚ ਵਸਦਾ ਸਿੱਖ ਭਾਈਚਾਰਾ ਜਾਂ ਫਿਰ ਉੱਥੇ ਜਿਹੜੀਆਂ ਕਾਰਜਸ਼ੀਲ ਸਾਡੀਆਂ ਸਿੱਖ ਸਮਾਜ ਸੇਵੀ ਸੰਸਥਾਵਾਂ ਵੀ ਨੇ, ਚਾਹੇ ਉਹ ਯੂਨਾਈਟਿਡ ਸਿੱਖਸ ਹੈ, ਚਾਹੇ ਉਹ ਖਾਲਸਾ ਏਡ ਹੈ, ਉਹਨਾਂ ਨੇ ਕਿਸੇ ਸਮੇਂ ਉੱਥੇ ਜਿਹੜੀ ਜੰਗਲ ਨੂੰ ਅੱਗ ਲੱਗੀ ਸੀ ਬੁਸ਼ ਫਾਇਰ ਦੇ ਵਿੱਚ, ਜਾਂ ਜਦੋਂ ਕੋਵਿਡ ਮਹਾਮਾਰੀ ਫੈਲੀ ਹੈ, ਉਦੋਂ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਔਰ ਉਹ ਇਸ ਮੌਕੇ ਵੀ ਸਿੱਖਾਂ ਦਾ ਪੱਖ ਜਿਹੜਾ ਉਹ ਬਾਕੀ ਉੱਥੋਂ ਦੀਆਂ ਮੂਲ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨਾਲ ਰਲ ਕੇ ਬਹੁਤ ਵਧੀਆ ਰੂਪ 'ਚ ਉੱਥੇ ਰੱਖ ਸਕਦੀਆਂ ਨੇ। ਸੋ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਇਵੇਂ ਦੇ ਤਾਨੇ ਮਿਹਨੇ ਜਾਂ ਆਪਣੇ ਧਰਮ ਦੀਆਂ ਮਾਨਤਾਵਾਂ ਦੇ ਖਿਲਾਫ ਜਿਹੜੀਆਂ ਗੱਲਾਂ ਕਰਨੀਆਂ ਨੇ, ਇਹਨਾਂ ਦੇ ਉੱਪਰ ਕਾਬੂ ਰੱਖੀਏ। ਸਮੱਸਿਆ ਹੈ, ਮੈਂ ਪਹਿਲਾਂ ਵੀ ਆਰੰਭ ਦੇ ਵਿੱਚ ਗੱਲ ਕੀਤੀ ਸੀ ਕਿ ਕਿਸੇ ਵੀ ਬਾਹਰੀ ਖਿੱਤੇ ਦੇ ਵਿੱਚ ਜਦੋਂ ਕੋਈ ਕੌਮੀਅਤ ਪ੍ਰਵਾਸ ਕਰਦੀ ਹੈ ਤਾਂ ਉਸ ਨੂੰ ਕਿਤੇ ਨਾ ਕਿਤੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸਾਡਾ ਫਰਜ਼ ਹੈ ਕਿ ਉਹਦੇ ਬਾਰੇ ਬੜੀ ਸੰਜੀਦਗੀ ਦੇ ਨਾਲ, ਜਿਸ ਤਰ੍ਹਾਂ ਆਸਟ੍ਰੇਲੀਆ ਬਾਰੇ ਵੀਰ ਲੱਗੇ ਹੋਏ ਨੇ, ਉੱਥੋਂ ਦੀਆਂ ਗੁਰਦੁਆਰਾ ਕਮੇਟੀਆਂ, ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ, ਉੱਥੋਂ ਦੇ ਸੂਝਵਾਨ ਸੱਜਣ ਸਾਰੇ ਰਲ ਮਿਲ ਕੇ ਕੋਈ ਨਾ ਕੋਈ ਹੱਲ ਕੱਢਣ ਦੇ ਵਾਸਤੇ ਯਤਨਸ਼ੀਲ ਨੇ। ਅਸੀਂ ਜਿੰਨਾ ਸਹਿਯੋਗ ਕਰ ਸਕਦੇ ਹਾਂ ਉਹਨਾਂ ਨੂੰ ਸਹਿਯੋਗ ਕਰੀਏ, ਨਾ ਕਿ ਬਾਰ-ਬਾਰ ਆਪਣੀ ਕੌਮ ਦੀਆਂ ਧਾਰਮਿਕ ਮਾਨਤਾਵਾਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।